भेड़ा रखिए ने था। अच्छा वो को 300 भरो सी। अच्छा वो वेच छड़िया सी। अच्छा वो फिर रख लिया। बिस्मिल्लाहिर्रहमानिर्रहीम। अस्सलाम वालेकुम नाज़रीन, तमाम दोस्त अहबाब को फराज अब्बास की जानब से खुश आमदीद। दोस्तों, आज आपकी मुलाकात करवाई जा रही है एक बुजुर्ग भेड़ें पालने वाले किसान से जो अरसा दराज से भेड़ें पालने का कारोबार कर रहे हैं। कुछ अरसा कबल इनके पास 200-300 के करीब भेड़ें हो गई और इन्होंने सब के सब जानवर फरोख्त कर दिए। क्या वजह बनी वो भी मालूम की जाएगी। अब 1 साल कबल ये दोबारा 10 के करीब मुंदरी नस्ल की भेड़ें लेकर आए हैं और अब माशाल्लाह इनके पास 13 के करीब जानवर हैं। तो आज की इस वीडियो में भेड़ों की खरीदारी, भेड़ों की अच्छी नस्ल, भेड़ों और बकरियों का आपस में मुवाजना भी करवाया जाएगा। इसके अलावा इनकी रोजाना की क्या रूटीन है, इनको क्या खिलाते पिलाते हैं, क्या खर्चा आ जाता है, क्या नफा देती हैं, कितने बच्चे देती हैं, इसी तरह की मजीद अच्छी और कीमती मालूमात हासिल की जाएंगी। वीडियो बहुत कीमती और अहम है, मुकम्मल लाजमी देखें, लाइक करें, शेयर करें और चैनल को सब्सक्राइब कर लें। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम। सर की हाल है? खैर। की ना है जनाब दा? मोहम्मद शरीफ। शरीफ साहब, किन्ने साल तो तुसी भेड़ां दा काम करदे हो पे? साल हो गया। माशाल्लाह। किन्नियां भेड़ां तो काम शुरू कीता हजे? ये भेड़ां पहला 3 हन साडे कोल। माशाल्लाह। ते हुण किन्नियां ने? हुण 13 ने। अच्छा, इस साल दे अंदर ही 3 तो 13 हो गईयां ने जी। ਇਹ ਉਹ ਜਿਹੜੀਆਂ 3 ਹਨ ਉਹਨਾਂ ਬੱਚੇ ਦਿੱਤੇ ਤਾਂ ਅੱਗੋਂ ਇਜ਼ਾਫਾ ਹੋਇਆ ਕਿ ਕੋਈ? ਮੁੱਲ ਲਿਆਂਦੀਆਂ। ਕਿੰਨੀਆਂ ਲਿਆਂਦੀਆਂ ਨੇ ਮੁੱਲ? ਲਿਆਂਦੀਆਂ ਨੇ 7। ਅੱਛਾ, 3 ਤੇ 7 10 ਹੋ ਗਈਆਂ ਤੇ 3 ਬੱਚੇ ਨਾਲ ਜਵਾਨ ਹੋਏ ਨੇ ਜੀ। ਮਾਸ਼ਾਅੱਲਾ। ਤੇ ਤੁਹਾਡਾ ਕੰਮ ਕਿਹਦਾ ਹੈ ਭੇਡਾਂ ਪਾਲਣਾ? ਇਹ ਪਹਿਲੀ ਦਫਾ ਪਾਲਦੇ ਹੋ ਵੀ ਜਾਂ ਇਸ ਤੋਂ ਪਹਿਲੇ ਵੀ ਲੈ ਕੇ ਆਏ? ਅੱਗੇ ਭੇਡਾਂ ਰੱਖੀਆਂ ਨੇ ਥਾਂ। ਅੱਛਾ। ਉਹ ਕੋ 300 ਭਰੋ ਸੀ। ਅੱਛਾ। ਉਹ ਵੇਚ ਛੜਿਆ ਸੀ। ਅੱਛਾ। ਹੁਣ ਫੇਰ ਰੱਖ ਲਿਆ। ਤੇ ਉਹ ਜਿਹੜਾ ਤੁਸੀਂ 200-300 ਭਾਰੂ ਵੇਚਿਆ ਸੀ ਉਹ ਕੀ ਵਜ੍ਹਾ ਬਣੀ, ਕਿਉਂ ਵੇਚਿਆ? ਉਹ ਚੋਖਾ ਹੋ ਗਿਆ ਸੀ, ਬੰਦੇ ਘੱਟ ਸਾਂ। ਉਹ ਹੁਣ ਤਰਾ ਹੀ ਰਹਿ ਗਿਆ ਤੇ ਕਹਿੰਦੇ 2 ਪਿਓ ਤੇ 1 ਭਰਾ ਫੌਤ ਹੋ ਗਏ ਤੇ ਉਹਨਾਂ ਨੇ ਆਪਣੀ ਵਾਈ ਸ਼ੁਰੂ ਕਰ ਦਿੱਤੀ। ਮੈਂ ਪੂਰਾ ਜਿਹਾ ਕੰਮ ਰੱਖਿਆ। ਅੱਛਾ, ਯਾਨੀ ਤੁਸੀਂ ਆਪਸ 'ਚ ਰਲ ਮਿਲ ਕੇ ਕੰਮ ਕਰਦੇ ਹੋ, ਮੁਲਾਜ਼ਮ ਨਹੀਂ ਰੱਖਦੇ? ਨਹੀਂ। ਤੁਹਾਡੀ ਕਾਮਯਾਬੀ ਦਾ ਫਿਰ ਇਹ ਹੀ ਰਾਜ਼ ਹੈ ਕਿ ਤੁਸੀਂ ਆਪ ਹੀ ਕਰਦੇ ਹੋ, ਜਿੰਨਾ ਆਸਾਨੀ ਨਾਲ ਕਰ ਲਵੋ। ਬਿਲਕੁਲ। ਅੱਛਾ, ਤੇ ਕਿਹੜੇ ਇਲਾਕੇ ਚੋਂ ਲੈ ਕੇ ਆਏ ਹੋ ਭੇਡਾਂ? ਰਾਜਨਪੁਰ ਮੰਡੀ ਚੋਂ। ਸਾਰੀਆਂ ਨੇ 7 ਲਿਆਂਦੀਆਂ। ਤੇ ਇਹ ਕਿਹੜੀ ਨਸਲ ਦੀਆਂ ਭੇਡਾਂ ਨੇ? ਇਹ ਮੋਨੀਆਂ ਨੇ, ਮੁੰਦਰੀਆਂ ਜੀ। ਤੇ ਰਾਜਨਪੁਰੋਂ ਕਿਉਂ ਲੈਣ ਗਏ ਹੋ? ਮੰਡੀ ਹੈ ਉੱਥੇ ਸਰਕਾਰ। ਉਹ ਤੇ ਸਹੀ ਮੰਡੀ ਹੈ, ਬੜੀ ਮੰਡੀ ਲੱਗਦੀ। ਉਹ ਤਾਂ ਲੋਕ ਉਹਨਾਂ ਨੇ ਕੰਮ ਬਣਾਇਆ, 1 ਦਿਹਾੜੇ ਲਾ ਕੇ 5-4 ਛੱਡ ਕੇ ਤੇ ਫੇਰ 2 ਦਿਹਾੜੇ ਰੱਖੀਆਂ, ਫੇਰ ਆ ਕੇ ਫੇਰ ਦੇ ਗਏ। ਉੱਥੋਂ ਹੋਰ ਲਾ ਕੇ ਉਹ ਜੋ ਮੁਨਾਫਾ ਲੈਂਦੇ ਨੇ। ਤੁਹਾਨੂੰ ਕਿੰਨੇ ਦੀਆਂ ਉੱਥੋਂ ਲੱਭੀਆਂ ਹਨ? 7। ਬਾਹਰ ਮੁੰਡਾ ਗਿਆ, ਉਹਨੂੰ ਪਤਾ। ਅੱਛਾ, ਵੈਸੇ ਕਿੰਨੇ ਦੀ ਲੱਭ ਜਾਂਦੀ ਭੇਡ ਅੱਜ ਕੱਲ? ਭੇਡ ਵੀ 25 ਦੀ, 30 ਦੀ, 40 ਦੀ ਵੀ ਲੱਭ ਜਾਂਦੀ। ਤੇ ਉੱਥੋਂ ਕਿੰਨੇ ਦੀ ਲੱਭਦੀ? ਉੱਥੇ ਦਾ ਮੈਨੂੰ ਨਹੀਂ ਪਤਾ, ਕੋਈ ਮੁੰਡਾ ਤੇ ਗਿਆ ਸੀ। ਅੱਛਾ ਬਾਹਰ ਨੇ ਦਵੇ ਦੇਣ। ਠੀਕ ਹੈ। ਤੇ ਤੁਸੀਂ ਖਾਸ ਤੌਰ ਤੇ ਮੁੰਦਰੀਆਂ ਦਾ ਇੰਤਖਾਬ ਵੀ ਕਿਉਂ ਕੀਤਾ? ਹੋਰ ਕਜਲੀਆਂ ਵੀ ਹੁੰਦੀਆਂ ਨੇ, ਦੇਸੀ ਵੀ ਹੁੰਦੀਆਂ ਨੇ, 2? ਮੈਂ ਬਾਬੇ ਨੂੰ ਦੱਸਦਾ ਹਾਂ। ਤੇ ਮੁੰਦਰੀਆਂ ਵੀ ਸਹੀ ਨੇ, ਸੋਹਣੀਆਂ ਨੇ। ਕੀ ਹੈ ਨਹੀਂ, ਇਹਦੇ ਚ ਕੀ ਵਾਧਾ ਹੈ? ਵਾਦਾ ਕਾਨੀ ਹਰ ਨਾ ਲੱਭੇ, ਉਹਨਾਂ ਭਰਚਣ ਨਾ ਕਿ ਰੌਲਾ ਪਾਵੇ। ਯਾਨੀ ਨਾ ਕੰਨ ਲੰਬੇ ਨੇ ਤੇ ਨਾ ਭਰਚਦੇ ਨੇ ਤੇ ਨਾ ਰੋਲਾ ਪੈਂਦਾ। ਜਿਹਨਾਂ ਦੇ ਲੰਬੇ ਹੁੰਦੇ ਨੇ ਉਹਨਾਂ ਦਾ ਰੋਲਾ ਪੈ ਜਾਂਦਾ। ਉਹ ਰੌਲਾ ਨਾ ਥੱਲੇ ਪੈ ਰਗੜੇ ਗਏ। ਅੱਛਾ, ਬਿਮਾਰੀ ਲੱਗ ਜਾਂਦੀ ਹੋਣੀ। ਹਾਂਜੀ। ਬਜ਼ੁਰਗੋ, ਪਿਓਰ ਮੁੰਦਰੀ ਦੀ ਨਿਸ਼ਾਨੀ ਦੱਸ ਲੋ ਕੀ ਹੈ? ਮੁੰਦਰੀ ਭੇਡ ਦੀ ਪਿਓਰ ਮੁੰਦਰੀ ਕੰਨ ਨਹੀਂ ਗੋਲ ਹੁੰਦੇ। ਗੋਲ ਕੰਨ, ਗੋਲ ਛੋਟਾ ਕੰਨ। ਠੀਕ ਹੋ ਗਿਆ। ਅੱਛਾ, ਤੇ ਮੂੰਹ ਦੀ ਕੋਈ ਨਿਸ਼ਾਨੀ? ਮੂੰਹ ਉਹ ਨਿਸ਼ਾਨੀਆਂ ਇਹ ਵੇਖ ਲੋ ਤੇ ਕੋਈ ਤੋਤੇ ਵਰਗਾ ਮੂੰਹ ਸੁਣਿਆ ਆਂਦਨੇ ਹੁੰਦਾ ਜਿਹੜਾ ਮੁੰਦਰੀ ਹੁੰਦੀ। ਉਹ ਭੇਡ ਵੱਡੀ। ਠੀਕ ਹੋ ਗਿਆ। ਆਏ ਠਾਣੋ ਅਜ ਮੂੰਹ ਹੁੰਦਾ। ਤੇ ਬਜ਼ੁਰਗੋ, ਤੁਹਾਡਾ ਭੇਡਾਂ ਨੂੰ ਪਾਲਣ ਦਾ ਮਕਸਦ ਕੀ ਹੈ? ਇਹਨਾਂ ਦੇ ਬੱਚੇ ਸੇਲ ਕਰਦੇ ਹੋ ਜਾਂ ਕਿ ਦੁੱਧ ਵੀ? ਬੱਚੇ ਵੱਡੇ ਹੋਣ ਦੇ ਫਿਰ ਇਹਨਾਂ ਦੇ ਵਿੱਚੋਂ ਘੱਟ ਕਰੀ ਜਾਵਾਂਦੇ ਵੇਚ ਕੇ। ਅੱਛਾ। ਸਾਰੀਆਂ ਰੱਖੇ ਹੋਏ ਤਾਂ ਸਾਡੇ ਕੋਲ ਚੁਗਦੀਆਂ ਨੇ। ਨਹੀਂ ਚੁਗਦੀਆਂ। ਤੇ ਕਿੰਨੇ ਸਾਲ ਜਾਂ ਕਿੰਨੇ ਮਹੀਨੇ ਦਾ ਬੱਚਾ ਸੇਲ ਕਰੋਦੇ? ਇਹ ਬੱਚਾ ਜਿਹੜਾ ਸਾਲ ਬਾਅਦ 6 ਸਾਲ ਤੋਂ ਬਾਅਦ ਤਗੜਾ ਹੋ ਜਾਂਦਾ। ਤੇ ਸਾਲ ਦਾ ਬੱਚਾ ਕਿੰਨੇ ਦਾ ਸੇਲ ਹੋ ਜਾਂਦਾ? ਉਹ ਹੋਰੇ ਉਹਨੂੰ ਹੋ ਜਾਂਦਾ 25-30 ਹਜ਼ਾਰ ਦਾ। 25-30 ਹਜ਼ਾਰ। ਤੇ ਜਿਹੜੀ ਭੇਡ ਹੁੰਦੀ ਏ, ਇਹ ਤੁਸੀਂ ਇਹਦਾ ਜਿਹੜਾ ਬੱਚਾ ਨਾਰੇ ਉਹ ਤੇ ਸੇਲ ਕਰੋ ਦੇ, ਜਿਹੜੀ ਭੇਡ ਉਹ ਕੋਲ ਰੱਖ ਲੈਂਦੇ ਹੋ? ਹਾਂ, ਭੇਡ ਕੋਲ ਹੀ ਹੁੰਦੀ। ਅੱਗੋਂ ਨਸਲ ਵਧਾਉਂਦੇ ਹੋ? ਨਸਲ ਕੋਲ ਨਾ ਲੈ ਲਾ ਵਿੱਚ ਰੱਖੇ। ਠੀਕ ਹੈ।
ਤੇ ਅੱਜ ਕੱਲ ਇਹਨਾਂ ਦੀ ਰੂਟੀਨ ਕੀ ਰੱਖੀ ਜੇ? ਇਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਖਵਾਉਂਦੇ ਪਿਲਾਉਂਦੇ ਹੋ? ਚਾਰ ਨਹੀਂ ਸਿਰਫ ਚਾਰ ਨੇ? ਚਾਰ ਨਾ ਪੱਠੇ ਪਾੜੇ ਮੁੱਠ ਪੱਠੇ ਕਿਹੜੇ ਪਾਉਂਦੇ ਹੋ? ਕਮਾਦ ਪਾੜਿਆ, ਹੋਰ? ਇਹ ਸਰੂ ਪਾੜੀ, ਅੱਛਾ ਸਟਾਲਾ ਪਾੜਿਆ। ਬੱਕਰੀਆਂ ਦਾ ਹਨ ਮਗਰ ਤਰਾ ਚਾਰ ਅੱਛਾ। ਉਹਨਾਂ ਨੂੰ ਪਾਈ ਦੇਣ ਤੇ ਜਾ ਕੇ ਵੀ ਖਾ ਲੈਣੀ। ਅੱਛਾ ਇਹ ਰਾਤ ਦੇ ਟਾਈਮ ਪਾਉਂਦੇ ਹੋ ਜਿਹੜਾ ਸਰੋਂ ਕਮਾਦ? ਸ਼ਾਮੀ ਜਦੋਂ ਖੜਨੀ ਹੈ। ਤੇ ਸਵੇਰ ਕਿੰਨੇ ਵਜੇ ਲੈ ਕੇ ਆਉਂਦੇ ਉਹਨਾਂ ਨੂੰ ਚਾਰਨ ਵਾਸਤੇ? ਸੁਬਹ ਮੈਂ ਲੈਂਦੀਆਂ 10:30 ਵਜੇ ਲਾ, ਤੇ ਕਿੰਨੇ ਵਜੇ ਲੈ ਕੇ ਜਾਓਦੇ? ਸ਼ਾਮੀ ਖੜਨੀਆਂ ਨੂੰ 10:30 ਤੋਂ ਫਿਰ 5 ਵਜੇ ਲੈ ਕੇ ਜਾਓਦੇ? ਜੀ। ਯਾਨੀ 6-7 ਘੰਟੇ ਤੁਸੀਂ ਇਹਨਾਂ ਨੂੰ ਚਾਰਦੇ ਹੋ? ਚੰਗੀ ਤਰ੍ਹਾਂ ਰਾਜ ਲੈਣ ਰੱਜ ਲੈਣ ਫੇਰ ਲੈ ਕੇ ਜਾਂਦੇ ਹੋ ਘਰ? ਜੀ। ਤੇ ਕੱਲੇ ਹੱਥੀ ਚਾਰਦੇ ਹੋ ਉਹਨਾਂ ਨੂੰ? ਕੱਲੇ ਚਾਰ ਨਾ ਹੋਣ, ਕਿੰਨੇ ਕੁ ਬੰਦੇ ਹੋਣੇ? ਤੇ ਇਹਨਾਂ ਦਾ ਪਾਣੀ ਦਾ ਕੀ ਬੰਦੋਬਸਤ ਕਰਦੇ ਹੋ ਜੋ ਚੁਗਦੀਆਂ ਹੁੰਦੀਆਂ ਨੇ? ਪਾਣੀ ਉਹ ਖਾਲ ਵਿੱਚ ਪਾਣੀ ਉੱਥੋਂ ਪੀ ਲੈਂਦੀ ਆ ਆਪਣੀ ਮਰਜ਼ੀ ਨਾਲ? ਆਪਣੀ ਮਰਜ਼ੀ ਨਾਲ। ਜ਼ਬਰਦਸਤ ਹੋ ਗਿਆ। ਤੇ ਜਦੋਂ ਤੁਸੀਂ ਸ਼ਾਮੀ ਲੈ ਕੇ ਜਾਂਦੇ ਹੋ ਜੀ। ਉਹ ਜਿਹੜਾ ਚਾਰੇ ਦਾ ਜ਼ਿਕਰ ਕੀਤਾ ਜੇ 13 ਭਾਰੂਆਂ ਨੂੰ ਕਿੰਨਾ ਕਮਾਦ, ਕਿੰਨਾ ਸਰੋਂ ਤੇ ਥੋੜਾ ਥੋੜਾ ਪਾਈਦਾ, ਬੱਕਰੀ ਨੂੰ ਪਾਈਦਾ ਤੇ ਇਹ ਵੀ ਚਾ ਕੇ ਖੱਡਿਆ ਪੈਂਦੀਆਂ ਨੇ। ਹਾਂਜੀ ਇਹ ਚੱਕਰ ਹੈ। ਅੱਛਾ ਬਜ਼ੁਰਗੋ, ਇਹ ਜਿਹੜਾ ਕਮਾਦ ਹੈ ਇਹ ਤਾਂ ਮੱਝਾਂ ਨੂੰ ਤਾਂ ਗਾਵਾਂ ਨੂੰ ਇਸਤੇਮਾਲ ਕਰੀਦਾ, ਇਹਨਾਂ ਨੂੰ ਕਿਉਂ ਇਸਤੇਮਾਲ ਕਰਨਾ? ਇਹ ਮਟੀਆਂ ਹੁੰਦੀਆਂ ਨੇ ਮਿੱਠੀਆਂ, ਅੱਛਾ ਅੱਛਾ। ਇਹ ਇਹਨਾਂ ਵਾਸਤੇ ਖਾਣੀਆਂ। ਕੋਈ ਉਹਦਾ ਅਸਰ ਹੁੰਦਾ ਇਹਨਾਂ ਨੂੰ? ਬੜਾ। ਠੀਕ ਹੋ ਗਿਆ। ਉਹਨਾਂ ਨੂੰ ਤਾਂ ਕਹਿੰਦੇ ਦੁੱਧ ਸ਼ੁੱਧ ਦਾ ਕੋਈ ਅਸਰ ਹੁੰਦਾ ਮੱਝਾਂ ਨੂੰ, ਇਹਨਾਂ ਨੂੰ ਕਦਾ ਅਸਰ ਹੁੰਦਾ? ਇਹਨਾਂ ਨੂੰ ਵੀ ਹੁੰਦਾ। ਠੀਕ ਹੋ ਗਿਆ। ਅੱਛਾ ਹੁਣ ਤੇ ਪੈਲੀਆਂ ਵੇਲੀਆਂ ਹੋਈਆਂ ਨੇ, ਠੀਕ, ਕਿਉਂ ਸੀਜ਼ਨ ਹੈ ਆਲੂਆਂ ਸ਼ਾਲੂਆਂ ਦਾ, ਠੀਕ ਹੈ। ਲੋਕਾਂ ਨੇ ਬੀਜ ਲੈਣੇ ਨੇ ਕਣਕਾਂ ਵਾਹ ਕੇ, ਤੇ ਫੇਰ ਕਿਹੜੇ ਸਰਕਾ ਤੇ ਪਰ ਅੱਗੇ ਪਿੱਛੇ ਹੋਣ ਲੱਗੇ, ਆਲੂ ਸਾਰੇ ਲੋਕ ਪੁੱਟਣ ਲੱਗੇ। ਠੀਕ ਹੋ ਗਿਆ ਜੀ। ਤੇ ਦਰਖਤਾਂ ਤੋਂ ਕਿੰਨੀ ਦੇਰ ਝਾੜਦੇ ਹੋ? ਦਰਖਤਾਂ ਦੇ ਤਰੇ ਕੇ ਬੇਰੀ ਲਾ ਲਈ ਕਰੋ, ਤੂਤ ਲਾ ਲਿਆ। ਬਜ਼ੁਰਗੋ ਕੁਝ ਲੋਕ ਬੱਕਰੀਆਂ ਰੱਖਦੇ ਨੇ, ਤੁਸੀਂ ਭੇਡਾਂ ਰੱਖੀਆਂ ਨੇ, ਕੋਈ ਬੱਕਰੀਆਂ ਵੀ ਹੈ ਜੇ? ਬੱਕਰੀਆਂ ਮੇਰੇ ਕੋਲ ਇੱਕ ਬੱਕਰੀ, ਇੱਕ ਪੱਠ ਹੈ ਤੇ 2 ਲੇਲੇ ਨੇ ਛੋਟੇ ਛੋਟੇ। ਤੁਸੀਂ ਜ਼ਿਆਦਾ ਭੇਡਾਂ ਰੱਖੀਆਂ ਨੇ ਜੀ। ਜ਼ਿਆਦਾ ਫਾਇਦਾ ਭੇਡਾਂ ਦੇ ਕਾਰੋਬਾਰ ਵਿੱਚ ਜਾਂ ਬੱਕਰੀਆਂ ਦੇ ਕਾਰੋਬਾਰ ਵਿੱਚ? ਤੇ ਸੰਭਾਲਣਾ ਕਿਹਨਾਂ ਨੂੰ ਆਸਾਨ ਹੈ? ਬੱਕਰੀਆਂ ਬੂਟੇ ਦਾ ਸਿਰ ਲੈਂਦੀਆਂ ਨੇ, ਖੋਲੀਏ ਤੇ ਇਹ ਸਿਰ ਨਹੀਂ ਲੈਂਦੀਆਂ, ਬੂਟੇ ਨਹੀਂ ਪਾਲਾ। ਆ ਚੱਕਰ ਹੁੰਦਾ ਇਸ ਵਾਸਤੇ ਇਹਨਾਂ ਨੂੰ ਇਹ ਤਾਂ ਹੀ ਰੱਖੀਆਂ। ਤੇ ਫਾਇਦਾ ਕਿੰਨਾ ਚ ਜ਼ਿਆਦਾ ਹੈ ਭੇਡਾਂ 'ਚ? ਤੇ ਸੰਭਾਲਣਾ ਕਿਹਨਾਂ ਨੂੰ ਆਸਾਨ ਹੈ? ਬੱਕਰੀ ਵੀ ਸਾਡੇ ਕੋਲ ਚੰਗੀ ਹੈ, ਕਾਲੇ ਰੰਗ ਦੀ ਹੈ। ਜਦੋਂ ਸਾਲ ਬਾਅਦ ਸੁਣਦੀ ਹੈ ਜੋੜਾ ਹੀ ਦੇਣਾ। ਠੀਕ ਹੋ ਗਿਆ। ਇੱਕ ਅੱਛਾ 2 ਤੋਂ ਜ਼ਿਆਦਾ ਵੀ ਬੱਚੇ ਕੋ ਭੇਡ ਦਿੰਦੀ ਹੈ? ਜੀ ਨਹੀਂ 2 ਹੀ ਦਿੰਦੀ। ਭੇਡ 2 ਹੀ ਬੱਚੇ ਦਿੰਦੀ ਹੈ? ਜੀ। ਜਾਂ ਬੱਕਰੀ 4 ਦੇ ਹਟਦੀ ਹੈ? ਇਹ ਵੀ 2 ਹੀ ਦਿੰਦੀਆਂ ਨੇ। ਬੱਕਰੀਆਂ ਵੀ 2 ਹੀ ਦਿੰਦੀਆਂ ਨੇ? ਹਾਂ। ਕਈ ਬੱਕਰੀਆਂ 4 ਵੀ ਦਿੰਦੀਆਂ? ਕਈ ਇੱਕ ਦੇ ਹਟਦੀਆਂ, 4 ਵਾਲਾ ਨਹੀਂ ਕੰਮ ਸਾਡੇ ਕੋਲ, ਇੱਥੇ ਸਾਹ ਨਹੀਂ ਵੇਖਿਆ ਜਾਂਦਾ। ਦੁੱਧ ਸ਼ੁੱਧ ਨਹੀਂ ਚੋਂਦੇ ਨਾ, ਕਿ ਜਾ ਹੀ ਪੀਂਦੇ ਨੇ ਨਾ ਦੁੱਧ? ਜਾ ਹੀ ਪੀਂਦੇ, ਦੁੱਧ ਨਹੀਂ ਚੋਈਦਾ। ਠੀਕ ਹੈ। ਤੇ ਇਹਨਾਂ ਨੂੰ ਕੋਈ ਬਿਮਾਰੀ ਲੱਗਦੀ ਹੈ ਭੇਡਾਂ ਨੂੰ? ਬਿਮਾਰੀ ਇਹ ਤਾਂ ਕੋਨੇ ਨਾ ਲੱਗੀ। ਠੀਕ ਹੈ। ਸਰਦੀਆਂ 'ਚ ਜ਼ਿਆਦਾ ਲੱਗਦੀ ਹੈ ਬਿਮਾਰੀ ਕਿ ਗਰਮੀਆਂ 'ਚ? ਨਹੀਂ ਬਿਮਾਰੀ ਕੋਨੇ ਲੱਗੀ ਇਹਦਾ। ਬਿਮਾਰੀ ਨਹੀਂ ਲੱਗਦੀ। ਅੱਜ ਤੱਕ ਕੋਈ ਨੁਕਸਾਨ ਹੋਇਆ ਬਜ਼ੁਰਗੋ? ਕੱਲ ਹੋਇਆ ਇੱਕ ਬੱਚਾ ਮਰ ਗਿਆ, ਬਿਮਾਰ ਹੋ ਗਏ ਲਾਲ ਕਰ ਖੜੇ ਤੋਂ ਕਸਾਈਆਂ ਦੇ ਹੜਿਆ। ਠੀਕ ਹੋ ਗਿਆ। ਅੱਛਾ ਜ਼ਾਰੀ ਗੱਲ ਹੈ, ਤੁਸੀਂ 100-200 ਭੇਡ ਕਰਕੇ ਹੀ ਵੇਚੀ ਸੀ ਤੇ ਤੁਹਾਨੂੰ ਫਾਇਦਾ ਹੋਇਆ ਸੀ ਤਦ ਤੁਸੀਂ ਵੇਚੀ, ਤੇ ਕੀ ਇਸ ਕੰਮ ਨੂੰ ਵਧਾਉਣ ਦਾ ਸੋਚ ਰਹੇ? ਇਸ ਕੰਮ ਨੂੰ ਵਧਾਉਣਾ ਹੈ ਕਿ ਘਟਾਉਣਾ ਹੈ? ਇਹ ਬਹੁਤਾ ਨਹੀਂ ਕਰਨਾ, ਇੱਥੇ ਜੇ ਰੱਖਣਾ ਪੂਰਾ ਜੇ, ਬਸ 15-20 ਤੱਕ ਹੀ ਰੱਖਣਾ ਹੈ? ਹਾਂ, ਜਿਹੜਾ ਖੁਦ ਸੰਭਾਲ ਸਕੋ। ਬਿਲਕੁਲ ਠੀਕ ਹੈ। ਜਦੋਂ ਰੱਖੀ ਹੁੰਦੀ ਸੀ ਤੁਸੀਂ ਕੋਈ 200-150 ਭੇਡ ਜਾਂ 200, ਉਦੋਂ ਕੋਈ ਮੁਲਾਜ਼ਮ ਵਗੈਰਾ ਰੱਖਿਆ ਜਾਂ ਆਪਣੇ ਨਾਲ? ਮੇਰੇ ਤੋਂ ਵੱਡਾ ਭਾਈਆ 4 ਦਾ ਸੀ। ਠੀਕ ਹੈ। ਉਹ 100-200 ਭੇਡ ਤੇ ਬਜ਼ੁਰਗੋ ਇੱਥੇ ਪੈਲੀਆਂ 'ਚ ਚੁਗ ਨਹੀਂ ਸਕਦੀਆਂ, ਦਰਖਤ ਇੰਨੇ ਪੂਰੇ ਨਾ ਸੀ, ਉਹਨੂੰ ਕੀ ਕਰਦੇ ਸੋ? ਫਿਰ ਕੋਈ ਨਹੀਂ ਨਾ ਇਹਨਾਂ ਤੇ ਫਿਰ ਕਹਿੰਦੇ ਉਹਨਾਂ ਨੂੰ ਖੁਰਾਕ ਪੂਰੀ ਕਰ ਦਿੰਦੇ? ਦੂਰ ਤੱਕ ਲਾ ਕੇ ਸੜਕਾਂ 'ਚ ਲਾ ਕੇ ਬੂਟੇ ਖਵਾ ਲੈ, ਕੋਈ ਕਰ ਲਿਆ, ਢਾਂਗੇ ਰੱਖੇ। ਠੀਕ ਹੈ। ਆ ਚੱਕਰ ਹੁੰਦਾ। ਠੀਕ ਹੋ ਗਿਆ। ਪੱਤਰ ਲਾ ਹੋਇਆ। ਠੀਕ ਹੋ ਗਿਆ। 13 ਜਾਨਵਰਾਂ ਵਾਸਤੇ ਜਿਹੜਾ ਤੁਸੀਂ ਕਮਰਾ ਜਾਂ ਸ਼ੈੱਡ ਬਣਾਇਆ ਹੈ, ਉਹ ਕਿੰਨੇ ਮਰਲੇ ਵਿੱਚ ਬਣਾਇਆ ਹੈ? ਉਹ ਜੀ ਇਹਦੇ ਮਰਲਾ ਹੀ ਜੇ ਸਾਰਾ ਮਰਲਾ ਛਤਿਆ ਹੈ? ਹਾਂਜੀ। ਮਰਲੇ ਵਿੱਚ ਕਿੰਨੀਆਂ ਭੇਡਾਂ ਆਈ ਜਾਂਦੀਆਂ ਨੇ? ਉਹਦੇ ਵਿੱਚ ਵਾੜ ਖੜੀ ਤੇ ਬੂਹਾ ਬੰਦ ਕਰ ਖੜੀ ਤੇ 13 ਤੋਂ ਜ਼ਿਆਦਾ ਵੀ ਆ ਸਕਦੀਆਂ ਨੇ? ਨਹੀਂ ਇਹਨੇ ਜ਼ਿਆਦਾ ਵੀ ਹੋਰ ਵੀ ਹੋ ਸਕਦੀਆਂ ਨੇ, 5-10 ਹੋਰ ਵੀ ਹੋਣ ਤੇ ਆ ਸਕਦੇ, ਤਾਂ ਤਾਂ ਬੜਾ। ਅੱਛਾ 20-25 ਆ ਸਕਦੀਆਂ ਨੇ ਮਰਲੇ ਵਿੱਚ? ਹਾਂ। ਤੇ ਅੱਜ ਕੱਲ ਸਰਦੀ ਏ, ਕਹਿੰਦੇ ਨੇ ਜਾਨਵਰਾਂ ਨੂੰ ਸਰਦੀ ਲੱਗ ਜਾਂਦੀ ਏ, ਸਰਦੀ ਤੋਂ ਬਚਾਉਣ ਵਾਸਤੇ ਕੀ ਕਰਦੇ ਹੋ ਬੇ? ਉਹ ਅੰਦਰ ਹੀ ਬਣੀ ਨਹੀਂ ਅੰਦਰ ਹੀ? ਹਾਂਜੀ। ਕੋਈ ਹੀਟਰ ਵੀ ਲਾਉਂਦੇ ਹੋ? ਨਹੀਂ ਟੱਕਾ ਦਾ ਲਾਣਾ, ਆਪਣੀ ਗਰਮੈਸ਼ ਹੁੰਦੀ ਏ? ਆਪਣੀ ਗਰਮਾਸ਼ ਇਹਨਾਂ ਦੀ ਬੜੀ ਹੁੰਦੀ। ਤੇ ਉਂਝ ਕੋਈ ਇਹਨਾਂ ਨੂੰ ਗਰਮ ਚੀਜ਼ ਦਿੰਦੇ ਹੋ? ਨਹੀਂ ਮਸਾਲਾ ਕਦੀ ਲੂਣ ਜਾਂ ਕੋਈ ਮਿਰਚ ਲੂਣ ਰਲਾ ਕੇ ਉਹ ਦਈਦਾ। ਅੱਛਾ ਲੂਣ ਮਿਰਚ ਕਿਹੜੀ? ਆ ਲਾਲ ਮਿਰਚ ਹੁੰਦੀ ਹੈ ਜਿਹੜੀ।
ਅੱਛਾ ਬਾਈਬਾਦੀ ਦੇ ਨਾਲ ਬੱਕਰੀਆਂ ਨਾ ਕਰੋ, ਨੁਕਸ ਹੁੰਦਾ ਬਾਈਬਾਦੀ ਜਾਂ ਉਹਨਾਂ ਨੂੰ ਹੋ ਜਾਂਦੀ ਹੈ। ਬਾਈਬਾਦੀ ਹੁੰਦੀ ਹੈ ਗੋਭੀ ਖਾਣ ਤੇ। ਗੋਭੀ ਖਾਣ, ਇਹ ਬੜੀ ਵਧੀਆ ਗੱਲ ਦੱਸੀ ਜੋ ਗੋਭੀ ਖਾਣਾ ਬਾਈਬਾਦੀ ਹੁੰਦੀ ਹੈ ਭੇਡਾਂ ਨੂੰ। ਤੇ ਕੀ ਉਹਦਾ ਬਾਈਬਾਦੀ ਨੂੰ ਦੂਰ ਕਰਨ ਦਾ ਤਰੀਕਾ ਕਾਰ ਜੇ? ਮਸਾਲਾ ਹੀ ਦੇਣਾ ਹੁੰਦਾ ਹੈ। ਅੱਛਾ ਜੀ, ਠੀਕ ਹੋ ਗਿਆ ਵੇ। ਤੇ ਬਜ਼ੁਰਗੋ ਸਾਡੇ ਕੋਈ ਦੱਸੜੋ ਜਿਹੜੀ ਕੋਈ ਚੰਗੀ ਭੇਡ ਹੈ ਉਹ ਕਿੰਨੇ ਦੀ ਤੁਹਾਡੇ ਕੋਲ ਕੋਈ ਬੰਦਾ ਲੈ ਸਕਦਾ ਅਗਰ ਤੁਹਾਡਾ ਖਰੀਦਣਾ ਚਾਹੇ? ਕਿੰਨੇ ਦੀ ਭੇਡ ਚੰਗੀ ਦਿਖੜੋਗੇ? ਇੱਕ ਅਸੀਂ 30,000 ਦੇ ਦੇਣੇ 30,000 ਦੀ? ਜੀ ਜ਼ਿਆਦਾ ਤੁਹਾਡੇ ਕੋਲ 30,000 ਵਾਲੀ ਭੇਡ ਹੈ? ਹਾਂ ਚਲੋ ਠੀਕ ਹੋਗਾ ਬਜ਼ੁਰਗੋ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ।